Good morning student, most welcome in our online classes. Today EVS class, so we will read out our chapter 8 journey of seeds, page number 47. स्टूडेंट ਅੱਜ ਅਸੀਂ ਚੈਪਟਰ 8 ਨੂੰ ਰੀਡ ਆਊਟ ਕਰਾਂਗੇ। ਜਰਨੀ ਆਫ ਸੀਡਸ ਮੀਨਸ ਕਿ ਜਿਹੜੀ ਬੀਜ ਹੈਗਾ ਸੀਡਸ ਬੀਜ ਹੁੰਦੇ ਆ ਉਹਨਾਂ ਦੀ ਜਰਨੀ ਕਿਵੇਂ ਹੁੰਦੀ ਹੈ, ਯਾਤਰਾ ਕਿਵੇਂ ਹੁੰਦੀ ਆ। ਸੋ ਅਕੋਰਡਿੰਗ ਟੂ ਲੈਸਨਸ ਨੇਮ ਜੋ ਸੀਡ ਆ ਉਹਦੇ ਤੋਂ ਬਹੁਤ ਸਾਰੇ ਅੱਗੇ ਪੌਦੇ ਆ ਪਲਾਂਟ ਆ ਜਿਹੜੇ ਉਹ ਉੱਗਦੇ ਆ ਅਤੇ ਬਾਅਦ ਵਿੱਚ ਦਰਖਤ ਬਣ ਜਾਂਦੇ ਆ, ਬਟ ਉਹਨਾਂ ਦੀ ਜਰਨੀ ਕਿੱਦਾਂ ਹੁੰਦੀ ਹੈ ਇਸ ਦੇ ਬਾਰੇ ਅਸੀਂ ਅੱਜ ਰੀਡ ਆਊਟ ਕਰਾਂਗੇ। ਸਟੂਡੈਂਟ ਲੈਸਨ ਦੇ ਵਿੱਚ ਦੱਸਿਆ ਗਿਆ ਕਿ ਸ਼ੂਗਰ ਕੈਨ ਵਾਸ ਬੀਇੰਗ ਪਲਾਂਟਡ ਇਨ ਦੀ ਫੀਲਡਸ, ਕਹਿੰਦੇ ਸਾਡੇ ਖੇਤਾਂ ਦੇ ਵਿੱਚ ਗੰਨੇ ਉਗਾਏ ਗਏ ਸੀਗੇ ਅਤੇ ਮੇਰੇ ਮਦਰ ਪ੍ਰਪੇਅਰਡ ਅ ਮੀਲ ਫਾਰ ਵਰਕਰਸ, ਮੇਰੇ ਮਦਰ ਆ ਜਿਹੜੇ ਉਹ ਵਰਕਰਸ ਦੇ ਲਈ ਕਾਮਿਆਂ ਦੇ ਲਈ ਭੋਜਨ ਤਿਆਰ ਕਰ ਰਹੇ ਸੀ। ਮੇਰਾ ਭਤੀਜਾ ਸੁਖਮਨ ਅਤੇ ਮੈਂ ਉਹਨਾਂ ਕਾਮਿਆਂ ਦੇ ਲਈ ਭੋਜਨ ਲੈ ਕੇ ਜਾਣਾ ਸੀ। ਕਹਿੰਦੇ ਇੱਕ ਡਿਸ਼ ਉਹਨਾਂ ਵਿੱਚ ਚਨਾ ਵੀ ਬਣਾਈ ਗਈ ਸੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਸੀ, ਹਰ ਇੱਕ ਨੂੰ ਇਹ ਪਸੰਦ ਸੀ। ਆਫਟਰ ਸਮ ਟਾਈਮਸ, ਕੁਝ ਸਮੇਂ ਬਾਅਦ ਮਾਈ ਐਲਡਰ ਬ੍ਰਦਰ ਸੁਖਮਨ's ਫਾਦਰ ਪ੍ਰਪੇਅਰਡ ਅ ਟੀ, ਕੁਝ ਸਮੇਂ ਬਾਅਦ ਮੇਰੇ ਵੱਡਾ ਵੀਰਾ ਮਤਲਬ ਕਿ ਮੇਰੇ ਜੋ ਵੱਡਾ ਬ੍ਰਦਰ ਹੈਗਾ ਸੁਖਮਨ's ਦੇ ਫਾਦਰ ਉਹ ਚਾਹ ਲੈ ਕੇ ਆਏ। ਉਹਨਾਂ ਨੇ ਸਾਨੂੰ ਅੱਗੇ ਉਹਨਾਂ ਨੇ ਸਾਡੇ ਲਈ ਚਾਹ ਉਹਨਾਂ ਨੇ ਦਿੱਤੀ ਸਾਨੂੰ। ਐਂਡ ਪਲੈਂਟੇਸ਼ਨਸ ਅਗੇਨ, ਅਤੇ ਆਪਣੀ ਫਿਰ ਉਹਨਾਂ ਨੇ ਕੀ ਕਰਤਾ ਬੀਜ ਉਗਾਉਣੇ ਫਿਰ ਉਹਨਾਂ ਨੇ ਸ਼ੁਰੂ ਕਰਤੇ। ਸਮਾਲ ਪੀਸਸ ਆਫ ਸ਼ੂਗਰ ਕੈਨਸ ਵਾਰ ਬੀਇੰਗ ਪਲਾਂਟਡ ਇਨ ਦੀ ਫੀਲਡਸ, ਕਹਿੰਦੇ ਛੋਟੇ ਛੋਟੇ ਸ਼ੂਗਰ ਕੈਨ ਛੋਟੇ ਛੋਟੇ ਗੰਨੇ ਸੀ ਜਿਹੜੇ ਉਹ ਖੇਤਾਂ ਦੇ ਵਿੱਚ ਦੱਬੇ ਜਾ ਰਹੇ ਸੀ। ਐਲਡਰ ਬ੍ਰਦਰ ਵਾਸ ਸੋਇੰਗ ਗ੍ਰਾਮ ਸੀਡਸ ਇਨ ਦਾ ਬਿਟਵੀਨ ਅ ਸ਼ੂਗਰ ਕੈਨ ਪਲਾਂਟਸ, ਸੁਖਮਨ ਵਾਸ ਸਰਪ੍ਰਾਈਜ਼ ਟੂ ਸੋ ਇਟ, ਜਦੋਂ ਕਹਿੰਦੇ ਸੁਖਮਨ ਦੇ ਫਾਦਰ ਸਾਹਿਬ ਇਹ ਕੰਮ ਕਰ ਰਹੇ ਸੀ ਵੀ ਛੋਟੇ ਛੋਟੇ ਗੰਨਿਆਂ ਨੂੰ ਟੋਆ ਪੱਟ ਕੇ ਦੱਬ ਰਹੇ ਸੀ, ਅਤੇ ਸੁਖਮਨ ਇਸ ਚੀਜ਼ਾਂ ਦੇਖ ਕੇ ਹੈਰਾਨ ਸੀ। ਉਹਨੇ ਆਪਣੇ ਪਾਪਾ ਨੂੰ ਪੁੱਛਿਆ, ਪਾਪਾ ਤੁਸੀਂ ਇੱਦਾਂ ਕਿਉਂ ਕਰ ਰਹੇ ਹੋ, ਮੀਨਸ ਤੁਸੀਂ ਜਿਹੜੀ ਜ਼ਮੀਨ ਦੇ ਵਿੱਚ ਗੰਨੇ ਕਿਉਂ ਦੱਬ ਰਹੇ ਹੋ, ਜਾਂ ਫਿਰ ਜਿਹੜੇ ਸੀਡਸ ਆ ਉਹ ਕਿਉਂ ਦੱਬ ਰਹੇ ਹੋ। ਤਾਂ ਉਹਦੇ ਪਿਤਾ ਨੇ ਕਿਹਾ, ਕਹਿੰਦੇ ਮਾਈ ਸਨ ਗ੍ਰਾਮਸ ਕੈਨ ਬੀ ਯੂਜ਼ ਟੂ ਅ ਸੀਡਸ ਅ ਨਿਊ ਕ੍ਰੌਪ ਐਂਡ ਫੂਡ ਐਜ਼ ਵੈਲ, ਕਹਿੰਦੇ ਜਿਹੜੇ ਇਹ ਗ੍ਰਾਮਸ ਹੈਗੇ ਆ ਮੀਨ ਜਿਹੜੇ ਅਸੀਂ ਮੈਂ ਨੂੰ ਧਰਤੀ ਦੇ ਵਿੱਚ ਜਿਨ੍ਹਾਂ ਬੀਜਾਂ ਨੂੰ ਦੱਬ ਰਿਹਾ ਇਹਨਾਂ ਤੋਂ ਹੌਲੀ ਹੌਲੀ ਕੀ ਹੋ ਜੂਗਾ, ਇੱਕ ਪਲਾਂਟ ਤਿਆਰ ਹੋ ਜੂਗਾ, ਇੱਕ ਕਹਿੰਦੇ ਇੱਥੇ ਫੂਡ ਤਿਆਰ ਹੋ ਸਕਦਾ, ਨਵੀਂ ਫਸਲ ਤਿਆਰ ਹੋ ਸਕਦੀ ਹੈ। ਸੁਖਮਨ ਆਸਕਡ ਹੋਲਡਿੰਗ ਮਾਈ ਹੈਂਡ ਕੈਨ ਵੀ ਈਟ ਅਦਰ ਸੀਡਸ ਆਲਸੋ, ਸੁਖਮਨ ਨੇ ਮੇਰਾ ਹੱਥ ਪਕੜਿਆ ਅਤੇ ਕਿਹਾ, ਕਹਿੰਦੇ ਕੀ ਅਸੀਂ ਬੀਜ ਵੀ ਖਾ ਸਕਦੇ ਹਾਂ। ਯੈਸ ਮਾਈ ਸੋਨ, ਉਹ ਕਹਿੰਦੇ ਉਹਦੇ ਫਾਦਰ ਕਹਿੰਦੇ ਵੀ ਹਾਂ ਮੇਰੇ ਪੁੱਤਰ ਅਸੀਂ ਕਈ ਚੀਜ਼ਾਂ ਦੇ ਬੀਜ ਵੀ ਖਾਂਦੇ ਹਾਂ। ਲਾਈਕ ਆ ਵੀਟ, ਜਿਵੇਂ ਕਿ ਕਣਕ ਦਾ ਇੱਕ ਬੀਜ ਹੀ ਹੁੰਦਾ ਜੋ ਅਸੀਂ ਕਣਕ ਪਿਆ ਕੇ ਗੇਹੂੰ ਬਣਾ ਕੇ ਗੇਹੂੰ ਦਾ ਆਟਾ ਖਾਂਦੇ ਹਾਂ, ਜੋ ਅਸੀਂ ਕਣਕ ਦਾ ਆਟਾ ਖਾਂਦੇ ਹਾਂ ਅਤੇ ਉਹ ਵੀ ਕੀ ਹੁੰਦਾ ਇੱਕ ਸੀਡ ਹੀ ਹੁੰਦਾ। ਸੁਖਮਨ ਯੂ ਹੈਵ ਮਸਟ ਸੀਨ ਅ ਮਸਟਰਡ ਆਇਲ, ਤੁਸੀਂ ਮਸਟਰਡ ਆਇਲ ਦੇਖਿਆ ਹੋਵੇਗਾ, ਕਹਿੰਦੇ ਇਹ ਵੀ ਬੀਜਾਂ ਤੋਂ ਤਿਆਰ ਹੁੰਦਾ। ਵਿਦ ਦੀ ਹੈਲਪ ਆਫ ਯੂਅਰ ਫੈਮਿਲੀ ਮੈਂਬਰਸ ਕੰਪਲੀਟ ਦੀ ਫਲੋਇੰਗ ਲਿਸਟ, ਆਪਣੇ ਫੈਮਿਲੀ ਮੈਂਬਰ ਦੀ ਮਦਦ ਦੇ ਨਾਲ ਤੁਸੀਂ ਲੀਗਲ ਲਿਸਟ ਤਿਆਰ ਕਰੋ। ਕਹਿੰਦੇ ਸੀਡਸ ਯੂਜ਼ ਐਜ਼ ਅ ਸਪਾਈਸਿਸ, ਕਹਿੰਦੇ ਉਹ ਵਾਲੇ ਬੀਜ ਜਿਹੜੇ ਕਿ ਸਪਾਈਸਿਸ ਦੇ ਤੌਰ 'ਤੇ ਵਰਤੇ ਜਾਂਦੇ ਆ, ਜੀਰਾ, ਕੋਰੀਐਂਡਰ, ਥਰਡ ਵਨ ਇਜ਼ ਅਲਸੀ, ਫੋਰਥ ਕਿਮਨ ਸੀਡਸ ਯੂਜ਼ ਟੂ ਪ੍ਰਪੇਅਰ ਫਲੋਰ, ਉਹ ਵਾਲੇ ਸੀਡਸ ਜਿਹੜੇ ਆਟੇ ਦੇ ਲਈ ਵਰਤੇ ਜਾਂਦੇ ਆ, ਵੀਟ, ਬਾਜਰਾ, ਮੱਕੀ, ਆਟਸ। ਸੀਡਸ ਯੂਜ਼ ਟੂ ਐਕਸਟਰੈਕਟ ਆਇਲ, ਉਹ ਵਾਲੇ ਬੀਜ ਜਿਹੜੇ ਕਿ ਤੇਲ ਦੇ ਲਈ ਵਰਤੇ ਜਾਂਦੇ ਆ, ਮਸਟਰਡ, ਸਨਫਲਾਵਰ, ਕਾਟਨ ਸੀਡਸ, ਗਰਾਊਂਡ ਨਟਸ ਵੀ, ਕਾਟਨ ਸੀਡਸ, ਸਨਫਲਾਵਰ, ਮਸਟਰਡ, ਇਹ ਵਾਲੇ ਉਹ ਬੀ ਹੈ ਜਿਹੜੇ ਤੇਲ ਦੇ ਲਈ ਵਰਤੇ ਜਾਂਦੇ ਆ। ਅੰਕਲ ਆਈ ਲਾਈਕ ਫਲਾਵਰਸ, ਕਹਿੰਦਾ ਅੰਕਲ ਮੈਨੂੰ ਫਲਾਵਰਸ ਬਹੁਤ ਪਸੰਦ ਆ। ਵੈਲ ਯੂ ਗੈਟ ਮੀ ਸੀਡਸ ਆਰ ਰੋਜ਼ ਔਰ ਮੈਰੀਗੋਲਡ, ਕੀ ਤੁਸੀਂ ਮੈਨੂੰ ਮੈਰੀਗੋਲਡ ਅਤੇ ਰੋਜ਼ ਦੇ ਸੀਡਸ ਦਿਓਗੇ। ਸੁਖਮਨ ਆਸਕਡ ਮੀ, ਸੁਖਮਨ ਨੇ ਮੈਨੂੰ ਪੁੱਛਿਆ। ਡੈਫੀਨੇਟਲੀ ਮਾਈ ਸਨ, ਜ਼ਰੂਰ ਮੇਰੇ ਪੁੱਤਰ। ਸੀਡਸ ਆਫ ਮੈਰੀਗੋਲਡ ਕੈਨ ਬੀ ਕਲੈਕਟਡ, ਕਹਿੰਦਾ ਮੈਂ ਜੋ ਮੈਰੀਗੋਲਡ ਦੇ ਸੀਡਸ ਹੈਗੇ ਬੀਜ ਹੈਗੇ ਉਹ ਕਲੈਕਟ ਕਰ ਸਕਦਾ। ਯੂ ਨੋ ਦੈਟ ਰੋਜ਼ ਇਜ਼ ਨਾਟ ਗਰੋਨ ਵਿਦ ਸੀਡਸ ਬਟ ਵਿਦ ਆ ਗ੍ਰਾਫਟਿੰਗ, ਉਹ ਕਹਿੰਦੇ ਪੁੱਤਰ ਜੋ ਮੈਰੀਗੋਲਡ ਉਹਦਾ ਤਾਂ ਮੈਂ ਤੇਰੇ ਨੂੰ ਬੀਜ ਦੇ ਸਕਦਾ, ਬਟ ਤੂੰ ਜਾਣਦਾ ਕਿ ਜਿਹੜਾ ਮੈਰੀਗੋਲਡ ਆ ਉਹ ਕਦੇ ਵੀ ਸੀਡਸ ਤੋਂ ਨਹੀਂ ਉੱਗਦਾ, ਬਟ ਵਿਦ ਗ੍ਰਾਫਟਿੰਗ ਦੁਆਰਾ ਉੱਗਦਾ ਹੈ। ਨੈਕਸਟ ਪੇਜ 'ਤੇ ਤੁਸੀਂ ਰਾਜੇ ਇੱਕ ਰੋਜ਼ ਗ੍ਰਾਫਟਿੰਗ ਦੀ ਪਿਕਚਰ ਦੇਖ ਰਹੇ ਹੋਵੋਗੇ। ਰੋਜ਼ ਗ੍ਰਾਫਟਿੰਗ ਮੀਨਸ ਕਲਮ ਕੱਟ ਕੇ ਲੱਗਦੀ ਹੈ, ਗ੍ਰਾਫਟਿੰਗ ਹੁੰਦਾ ਕੱਟ ਕੇ ਲੱਗਣਾ, ਕੱਟ ਕੇ ਲੱਗਦੀ ਹੈ। ਅੰਕਲ ਵਾਟ ਇਜ਼ ਗ੍ਰਾਫਟਿੰਗ, ਅੰਕਲ ਗ੍ਰਾਫਟਿੰਗ ਕੀ ਹੈ। A twig is cut from the rose plant and shown this in the soil, and after a few days the leaves appear on the stem. Twigs means ਕਹਿੰਦੇ ਤੁਸੀਂ ਐਵੇਂ ਕਰੋ, ਇੱਕ ਕਹਿੰਦੇ ਰੋਜ਼ ਦੀ ਟਾਹਣੀ ਲਓ, ਉਹਨੂੰ ਕੱਟ ਕੇ ਕਿਸੇ ਹੋਰ ਜਗ੍ਹਾ 'ਤੇ ਦੱਬ ਦਿਓ ਅਤੇ ਥੋੜ੍ਹੇ ਦਿਨਾਂ ਬਾਅਦ ਕੀ ਹੋ ਜੂਗੀ ਉਹ ਦੁਬਾਰੇ ਉੱਗ ਆਊਗੀ ਅਤੇ ਨਵੇਂ ਪੱਤੇ ਕੱਢੇ ਆਉਣਗੇ। ਪੱਥਰ ਝੱਟ ਨੈਕਸਟ ਦੱਸਿਆ ਜੀ ਉਹਨਾਂ ਨੇ। ਡੂ ਯੂ ਨੋ ਦੀ ਪੱਥਰ ਝੱਟ, ਕੀ ਤੁਸੀਂ ਇਹ ਪੱਥਰ ਝੱਟ ਬਾਰੇ ਜਾਣਦੇ ਆ। ਬ੍ਰੈਹਪੋਲਿਮ, ਜਿਹਨੂੰ ਕਿ ਬ੍ਰੈਹਪੋਲਿਮ ਵੀ ਕਿਹਾ ਜਾਂਦਾ, ਇਜ਼ ਅ ਪਲਾਂਟ ਇਨ ਵਿਚ ਨਿਊ ਪਲਾਂਟਸ ਗਰੋ ਵਿਦ ਅ ਲੀਵਸ ਆਫ ਸੇਮ ਪਲਾਂਟ,
ਕਹਿੰਦੇ ਇੱਦਾਂ ਦਾ ਪਲਾਂਟ ਆ ਜਿਹੜੇ ਪੱਤਿਆਂ ਤੋਂ ਉੱਗਦਾ, ਮੀਨਸ ਪੱਤਿਆਂ ਤੋਂ ਇਹ ਇਜ਼ ਅ ਪਲਾਂਟ ਇਨ ਵਿਚ ਨਿਊ ਪਲਾਂਟ ਗਰੋ, ਜਿਹੜਾ ਕਿ ਪੱਤਿਆਂ ਤੋਂ ਉੱਗਦਾ ਤੇ ਨਵੇਂ ਪੱਤੇ ਕੱਢਦਾ ਫਰੋਮ ਦੀ ਲੀਵਸ ਆਫ ਦੀ ਸੇਮ ਪਲਾਂਟ। ਕਹਿੰਦੇ ਇਹਦੇ ਹੌਲੀ ਹੌਲੀ ਪੱਤੇ ਵਧੇ ਤੇ ਇੱਕ ਸਿਰਫ ਪੱਤਿਆਂ ਦਾ ਹੀ ਕੀ ਹੁੰਦਾ ਜੀ, ਛੋਟਾ ਜਿਹਾ ਪੌਦਾ ਹੁੰਦਾ, ਸਿਰਫ ਇੱਥੇ ਪੱਤੇ ਹੀ ਪੱਤੇ ਹੁੰਦੇ ਆ। ਸਮ ਪਲਾਂਟਸ ਆਰ ਪਲਾਂਟਡ ਫਰੋਮ ਰੂਟਸ ਲਾਈਕ ਆ ਸ਼ਕਰਕੰਦੀ। ਕਹਿੰਦੇ ਕੁਝ ਵਾਲੇ ਪਲਾਂਟਸ ਇੱਦਾਂ ਦੇ ਹੁੰਦੇ ਆ ਵੀ ਜਿਹੜੇ ਕਹਿੰਦੇ ਰੂਟਸ ਤੋਂ ਜੜ੍ਹਾਂ ਤੋਂ ਉੱਗਦੇ ਆ, ਜਿਵੇਂ ਕਿ ਕਹਿੰਦੇ ਸ਼ਕਰਕੰਦੀ। ਨੈਕਸਟ ਤੁਸੀਂ ਐਕਟੀਵਿਟੀ ਕਰਨੀ ਆ। ਐਕਟੀਵਿਟੀ ਦੇ ਸਟੂਡੈਂਟ ਉਹਨਾਂ ਨੇ ਕਿਹਾ ਟੇਕ ਸਮ ਵੀਟ ਸੀਡਸ, ਕੁਝ ਅਦੇ ਵੀਟ ਦੇ ਸੀਡਸ ਲਓ, ਬੀਜ ਲਓ, ਕਣਕ ਦੇ ਬੀਜ ਲਓ। ਫਿਰ ਉਹਨਾਂ ਨੂੰ ਤੁਸੀਂ ਇੱਕ ਫਰਟੀਲ ਸੋਇਲ, ਸੰਤੁਲਨ ਮਿੱਟੀ ਦੇ ਵਿੱਚ ਉਹਨਾਂ ਨੂੰ ਰੱਖੋ। ਫਿਰ 1 ਕੱਪ ਪਾਣੀ ਦਾ ਲਓ। ਫਿਰ ਕਹਿੰਦੇ ਤੁਸੀਂ 4 ਪੋਟਸ ਲਓ ਜਾਂ ਫਿਰ ਗਲਾਸਿਸ ਲਓ ਜਾਂ ਫਿਰ ਬ੍ਰੈਕਰਸ ਲਓ, ਜਿੰਨੇ ਤੁਸੀਂ ਬੀਜ ਉਗਾਉਣੇ ਆ। ਅਤੇ ਹਰ ਇੱਕ ਮਤਲਬ ਕਿ ਜੇਕਰ ਤੁਸੀਂ ਪੋਟ ਲਿਆ ਤਾਂ ਨਾਮ A B C D ਇੱਦਾਂ ਰੱਖ ਸਕਦੇ ਹੋ। ਫਸਟ ਪੋਟ ਦੇ ਤੁਸੀਂ ਵਿੱਚ ਬੀ ਦੱਬ ਕੇ ਤੁਸੀਂ ਉਹਨੂੰ ਕਿੱਥੇ ਰੱਖਣਾ ਜੀ, ਕੀਪ ਇਟ ਇਨ ਅ ਸਨਲਾਈਟ, ਤੁਸੀਂ ਪੂਰੀ ਰੋਸ਼ਨੀ ਦੇ ਵਿੱਚ ਰੱਖਣਾ। ਬੀ ਜਿਹੜਾ ਬੀ ਤੁਹਾਡਾ ਪੋਟ ਹੈਗਾ ਉਹਨੂੰ ਫਰਟਾਈਲ ਸੋਇਲ ਦੇ ਵਿੱਚ ਵੀ ਦੇਣੀ ਆ, ਉਹਨੂੰ ਵਧੀਆ ਸੰਤੁਲਨ ਮਿੱਟੀ ਵੀ ਦੇਣੀ ਹੈ। ਐਂਡ ਫਿਊ ਸੀਡਸ ਕੀਪ ਇਨ ਅ ਸਨਲਾਈਟ, ਅਤੇ ਉਹਨੂੰ ਹਲਕੀ ਥੋੜ੍ਹੀ ਸਨਲਾਈਟ ਦੇ ਵਿੱਚ ਰੱਖਣਾ। ਜੋ ਸੀ ਹੈ ਸੀ ਪੋਟ ਹੈ ਤੁਹਾਡਾ, ਉਹਦੇ 'ਚ ਫਰਟੀਲ ਪੁੱਟ ਸਮ ਫਰਟੀਲ ਸੋਇਲ, ਕੁਝ ਸੰਤੁਲਨ ਮਿੱਟੀ ਪਾਉਣੀ ਹੈ, ਕੁਝ ਬੀਜ ਪਾਉਣੇ ਆ, ਪੁੱਟ ਸਮ ਵਾਟਰ ਅਤੇ ਕੁਝ ਪਾਣੀ ਪਾਉਣਾ। ਐਂਡ ਕੀਪ ਇਨ ਅ ਡਾਰਕ ਰੂਮ ਔਰ ਅਲਮੀਰਾ, ਕਹਿੰਦੇ ਹਨੇਰੇ ਵਾਲੇ ਕਮਰੇ 'ਚ ਰੱਖਣਾ ਜਾਂ ਫਿਰ ਅਲਮੀਰਾ ਦੇ ਵਿੱਚ ਰੱਖ ਦਿਓ, ਮੀਨਜ਼ ਧੁੱਪ ਨਹੀਂ ਲਵਾਉਣੀ। ਇਨ ਪੋਟ ਡੀ ਪੋਟ ਦੇ ਵਿੱਚ ਪੁੱਟ ਸਮ ਫਰਟੀਲ ਸੋਇਲ ਲੈਣੀ ਉਹਦੇ ਵਿੱਚ, ਸੋਆ ਫੀਡ ਸੀਡਸ ਐਂਡ ਵਾਟਰ ਇਫ ਇਟ ਦੇਅਰ, ਕੀਪ ਇਟ ਇਨ ਅ ਸਨਲਾਈਟ। ਕਹਿੰਦੇ ਹੁਣ ਇਹਦੇ ਵਿੱਚ ਮਿੱਟੀ ਵੀ ਪਾਉਣੀ ਹੈ ਅਤੇ ਕਹਿੰਦੇ ਇਹਦੇ ਵਿੱਚ ਇਹਨੂੰ ਪੂਰੀ ਰੋਸ਼ਨੀ ਦੇ ਵਿੱਚ ਵੀ ਰੱਖਣਾ। ਅਤੇ ਦੇਖੋ ਤੁਸੀਂ ਤੁਹਾਡਾ ਜਿਹੜਾ ਕਿਹੜਾ ਪੌਦਾ ਹੈਗਾ A ਜਾਂ B ਜਾਂ C ਜਾਂ D, ਕਿਹੜਾ ਬੀਜ ਆ ਉਹ ਸਹੀ ਤਿਆਰ ਹੁੰਦਾ। ਵਾਚ ਆਫਟਰ ਫਿਊ ਡੇਜ਼, ਕੁਝ ਦਿਨਾਂ ਬਾਅਦ ਇਨ ਵਿਚ ਪੋਟ ਸੀਡਸ ਜਰਮੀਨੇਟ ਹੁੰਦਾ ਟੰਗੂਰ ਮਾਰਨਾ। ਕਹਿੰਦੇ ਕੁਝ ਦਿਨਾਂ ਬਾਅਦ ਦੇਖੋ ਤੁਹਾਡਾ ਕਿਹੜਾ ਜਿਹੜਾ ਹੈਗਾ ਪੌਦਾ ਹੈਗਾ ਕਿਹੜਾ ਜਰਮੀਨੇਟ ਹੋ ਗਿਆ, ਕਿਹੜਾ ਟੰਗੂਰ ਮਾਰ ਗਿਆ। ਸੀਡਸ ਵਿਲ ਜਰਮੀਨੇਟ ਇਨ ਪੋਟ D, ਕਹਿੰਦੇ ਆਈ ਥਿੰਕ ਵੀ ਪੋਟ ਡੀ ਹੈ ਜਿਹੜਾ ਤੁਹਾਡਾ ਉਹ ਜਰਮੀਨੇਟ ਹੋ ਗਿਆ, ਟੰਗੂਰ ਮਾਰਿਆ, ਮੀਨ ਜੋ ਉੱਗ ਪਿਆ, ਕਿਉਂਕਿ ਉਹ ਪ੍ਰੋਪਰ ਸਨਲਾਈਟ ਦੇ ਵਿੱਚ ਵੀ ਸੀ ਅਤੇ ਉਹਨੂੰ ਲੋੜ ਮੁਤਾਬਿਕ ਸਭ ਕੁਝ ਉੱਦਾਂ ਦਾ ਮਿਲਿਆ ਸੀ। ਵਾਈ ਡਿਡ ਸੀਡਸ ਨਾਟ ਜਰਮੀਨੇਟ ਇਨ ਅਦਰ ਪੋਟਸ, ਡੂ ਯੂ ਨੋ, ਕੀ ਤੁਸੀਂ ਜਾਣਦੇ ਹੋ ਕਿ ਜਿਹੜੇ ਦੂਜੇ ਪੋਟ ਹੈਗੇ ਉਹਨਾਂ ਦੇ ਵਿੱਚ ਕਿਉਂ ਨਹੀਂ ਇਹ ਉੱਗੇਗੇ। ਏਅਰ ਵਾਟਰ ਐਂਡ ਸਨਲਾਈਟ ਆਰ ਰਿਕੁਆਇਰਡ ਫॉर ਦੀ ਹੈਲਥੀ ਜਰਮੀਨੇਸ਼ਨਸ ਆਫ ਸੀਡਸ, ਕਹਿੰਦੇ ਜਿਹੜਾ ਹਵਾ ਪਾਣੀ ਅਤੇ ਸੂਰਜ ਦੀ ਰੋਸ਼ਨੀ ਹੈ ਇਹ ਵਧੀਆ ਜਰਮੀਨੇਸ਼ਨ ਕਰਨ ਦੇ ਲਈ ਹੀ ਉੱਗਦੀ ਹੈ। ਕਹਿੰਦੇ ਜੇਕਰ ਵਧੀਆ ਬੀਜ ਉਗਾਉਣਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਬਟ ਅਕੋਰਡਿੰਗ ਟੂ ਲਿਮਟ। ਸੁਖਮਨ ਕਹਿੰਦੇ ਸੁਖਮਨ ਐਂਡ ਆਈ ਟੁਕ ਐਮਟੀ ਲੰਚ ਬਾਕਸਿਸ ਐਂਡ ਸਟਾਰਟਡ ਬੈਕ ਟੂਅਰਡਸ ਹੋਮ, ਕਹਿੰਦੇ ਸੁਖਮਨ ਅਤੇ ਮੈਂ ਅਸੀਂ ਆਪਣਾ ਜੋ ਲੰਚ ਬਾਕਸ ਸੀ ਉਹ ਕੰਪਲੀਟ ਕਰ ਲਿਆ ਸੀ, ਖਾਣਾ ਖਾ ਲਿਆ ਸੀ ਅਤੇ ਵਾਪਸ ਘਰ ਨੂੰ ਚੱਲ ਪਏ। ਵਾਈਲ ਪਾਸਿੰਗ ਬਾਏ ਨੀਅਰ ਬਾਏ ਬਿਲਡਿੰਗਸ, ਕਹਿੰਦੇ ਜਿਵੇਂ ਅਸੀਂ ਬਿਲਡਿੰਗਸ ਦੇ ਕੋਲ ਦੀ ਜਾ ਰਹੇ ਸੀ, ਸੁਖਮਨ ਸੈਡ ਹੋਲਡਿੰਗ ਮਾਈ ਆਰਮ, ਸੁਖਮਨ ਨੇ ਮੇਰੀ ਬਾਂਹ ਪਕੜੀ। ਅੰਕਲ ਸੀ ਪਲਾਂਟਸ ਆਰ ਗਰੋਨ ਔਨ ਦੀ ਰੂਫ, ਅੰਕਲ ਦੇਖੋ ਛੱਤ 'ਤੇ ਕਿੰਨੇ ਸਾਰੇ ਪੌਦੇ ਉੱਗੇ ਹੋਏ ਆ। ਹੂ ਵਾਜ਼ ਪਲਾਂਟਡ ਦੈਮ ਔਨ ਦੀ ਰੂਫ, ਇਹ ਛੱਤ 'ਤੇ ਕਿਵੇਂ ਉੱਗੇ ਹੋਏ ਹਨ। ਨੋ ਸੁਖਮਨ, ਨੋ ਵਨ ਪਲਾਂਟਡ ਦੋਜ਼ ਪਲਾਂਟਸ, ਨੋ ਵਨ ਪਲਾਂਟਡ ਦੀਜ਼ ਪਲਾਂਟਸ, ਕਿ ਨਹੀਂ ਸੁਖਮਨ ਇਹਨਾਂ ਵਿੱਚੋਂ ਕੋਈ ਵੀ ਪੌਦਾ ਨਹੀਂ ਆ। ਸੀਡਸ ਮਾਈਟ ਹੈਵ ਆ ਰੀਚਡ ਔਨ ਦੀ ਰੂਫ ਟੋਪ ਸਮਹਾਓ, ਉਹ ਕਹਿੰਦੇ ਕਿੱਦਾਂ ਕਰਕੇ ਕਹਿੰਦੇ ਜਿਹੜਾ ਕੋਈ ਬੀਜ ਆ ਉਹ ਛੱਤ ਦੇ ਉੱਤੇ ਉਗਾਇਆ ਗਿਆ, ਆਪਣੇ ਆਪ ਨਹੀਂ ਛੱਤ ਦੇ ਉੱਤੇ ਉੱਗੇ ਵੀ ਕੋਈ ਬੀਜ ਦੇ ਥਰੂ ਹੀ ਉਗਾਏ ਗਏ ਆ, ਕਿਸੇ ਪੌਟ ਦੇ ਵਿੱਚ ਰੱਖ ਕੇ ਥਰਾਏ ਗਏ ਆ। ਸੁਖਮਨ ਆਸਕਡ ਹਾਓ, ਸੁਖਮਨ ਕਹਿੰਦਾ ਕਿਵੇਂ। ਮਾਈ ਸਨ ਸੀਡਸ ਆਰ ਕੈਰੀਡ ਅਵੇ ਫਰੋਮ ਵਨ ਪਲੇਸ ਟੂ ਅਨਦਰ ਪਲੇਸ ਬਾਈ ਮੈਨੀ ਵੇਜ਼, ਉਹ ਕਹਿੰਦੇ ਮਾਈ ਸਨ ਜਿਹੜੇ ਬੀਜ ਆ ਉਹ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੱਕ ਕਈ ਢੰਗਾਂ ਨਾਲ ਜਾ ਸਕਦਾ। ਫੋਰ ਐਗਜ਼ਾਮਪਲ ਉਦਾਹਰਨ ਦੇ ਤੌਰ 'ਤੇ ਕਹਿੰਦੇ ਜਿਹੜੇ ਛੱਤ ਦੇ ਉੱਤੇ ਬੀਜ ਦਰਖਤ ਪਲਾਂਟ ਉੱਗ ਰਹੇ ਛੋਟੇ ਛੋਟੇ, ਉਹ ਕਿਸੇ ਨੇ ਉਗਾਏ ਨਹੀਂ, ਉਹ ਆਪਣੇ ਆਪ ਹੀ ਉੱਗਿਆ। ਉਹ ਕਹਿੰਦੇ ਉਹ ਕਿਵੇਂ, ਉਹਦੇ ਚਾਚਾ ਜੀ ਦੱਸਦੇ ਕਹਿੰਦੇ ਕਈ ਵਾਰ ਕੀ ਹੁੰਦਾ ਬਰਡਸ ਟੇਕ ਫਰੂਟ ਔਨ ਦੀ ਰੂਫ ਟੂ ਈਟ ਦੈਮ, ਕਈ ਵਾਰ ਜਿਹੜੇ ਪੰਛੀ ਉਹ ਫਰੂਟਸ ਖਾਂਦੇ ਆ ਅਤੇ ਜਿਹੜੀ ਉਹਨਾਂ ਦਾ ਮਤਲਬ ਕਿ ਜਿਹੜੇ ਉਹਨਾਂ ਦਾ ਬੀਜ ਹੁੰਦਾ ਅਤੇ ਉਹਨੂੰ ਉਹ ਕੀ ਕਰਦੇ ਆ ਉੱਥੇ ਸੱਟ ਦਿੰਦੇ ਆ ਛੱਤ ਦੇ ਉੱਤੇ। ਥਰੋ ਸੀਡਸ ਆਰ ਲੈਫਟ ਔਨ ਦੀ ਰੂਫ, ਜਿਹੜਾ ਸੀਡਸ ਆ ਬੀਜ ਹੁੰਦਾ ਛੱਤ 'ਤੇ ਪਿਆ ਰਹਿੰਦਾ। ਦ ਸੀਡਸ ਆਫ ਦੀ ਵਾਈਲਡ ਪਲਾਂਟ ਅਕ ਐਂਡ ਹੈਰੀ ਐਂਡ ਦੇ ਆਰ ਕੈਰੀਡ ਬਾਈ ਵਾਈਂਡ ਵਨ ਪਲੇਸ ਟੂ ਅਨਦਰ, ਕਹਿੰਦੇ ਕਈ ਵਾਰ ਬਹੁਤ ਜ਼ਿਆਦਾ ਹਨੇਰੀ ਆਵੇ ਜਾਂ ਤੂਫਾਨ ਆਵੇ ਉਦੋਂ ਵੀ ਜਿਹੜੇ ਬੀਜ ਉੱਡ ਕੇ ਦੂਜੀ ਜਗ੍ਹਾ ਡਿੱਗ ਪੈਂਦੇ ਆ ਤਾਂ ਉੱਥੇ ਵੀ ਉੱਗ ਜਾਂਦੇ ਆ। ਡਿਊ ਟੂ ਇਟਸ ਵੇਟਸ ਐਂਡ ਸਾਈਜ਼ ਦ ਸੀਡਸ ਆਰ ਗ੍ਰੇਸ ਫਲਾਈ ਇਨ ਦੀ ਹੇਅਰ ਐਂਡ ਰੀਚ ਡਿਫਰੈਂਟ ਪਲੇਸ, ਇੱਕ ਜਗ੍ਹਾ ਤੋਂ ਉੱਡਦੇ ਅਤੇ ਦੂਜੀ ਜਗ੍ਹਾ 'ਤੇ ਡਿੱਗ ਪੈਂਦੇ ਆ। ਪੁਟਕੰਡਾ ਐਂਡ ਗੁੱਟਪਟਨਾ ਯੂਜ਼ਲੀ ਸਟਿਕ ਆਫ ਦੀ ਬੋਡੀਜ਼ ਆਫ ਐਨੀਮਲਸ ਐਂਡ ਰੀਚ ਅਦਰ ਪਲੇਸਿਸ, ਕਹਿੰਦੇ ਜਿਹੜਾ ਪੁਟਕੰਡਾ ਅਤੇ ਗੁੱਟਪਟਨਾ ਇਹ ਵੀ ਇੱਦਾਂ ਦੇ ਕਹਿੰਦੇ ਜਿਹੜੇ ਬੀਜ ਹੈਗੇ ਆ ਜਿਹੜੇ ਜਲਦੀ ਹੀ ਕਿਸੇ ਹੋਰ ਜਗ੍ਹਾ 'ਤੇ ਉੱਗ ਜਾਂਦੇ ਆ। ਵਾਟਰ ਲਿਲੀ ਐਂਡ ਵਾਟਰ
ਹਾਈਸੈਂਥ ਜਲਕੰਬੀ ਜਿਹਨੂੰ ਕਹਿੰਦੇ ਆ ਟਰੈਵਲ ਥਰੂ ਆ ਵਾਟਰ ਫਰੋਮ ਦੀ ਪਲੇਸ ਟੂ ਅਨਦਰ। ਕਹਿੰਦੇ ਜਿਹੜੇ ਵਾਟਰ ਲਿਲੀ ਤੇ ਵਾਟਰ ਹਾਈਸੈਂਥ ਹੈ ਇਹ ਪਾਣੀ ਦੇ ਵਿੱਚ ਹੀ ਉਗਦੇ ਆ ਫਰੋਮ ਵਨ ਪਲੇਸ ਟੂ ਅਨਦਰ ਪਲੇਸ। ਜੇਕਰ ਇੱਕ ਜਗ੍ਹਾ ਤੋਂ ਬਾਅਦ ਦੂਜੀ ਜਗ੍ਹਾ 'ਤੇ ਉਗਾਉਣੇ ਹੋਣ ਤਾਂ ਫਿਰ ਵੀ ਪਾਣੀ ਦੇ ਥਰੂ ਉਗਣਗੇ, ਮੀਨਸ ਇਹ ਪਾਣੀ ਦੇ ਵਿੱਚ ਹੀ ਉਗਦੇ ਆ। ਓਕੇ ਸਟੂਡੈਂਟ, ਲੈਸਨ ਨੰਬਰ 8 ਇਜ਼ ਫੁੱਲੀ ਕੰਪਲੀਟਡ। ਸਟੂਡੈਂਟ ਜੋ ਤੁਹਾਡਾ ਲੈਸਨ 8 ਆ ਪੂਰਾ ਅੱਜ ਕੰਪਲੀਟ ਹੋ ਚੁੱਕਾ ਹੈ। ਅੱਜ ਦੇ ਲੈਸਨ ਦੇ ਵਿੱਚ ਤੁਹਾਨੂੰ ਸਿਰਫ ਬੁੱਕ ਦੀ ਜ਼ਰੂਰਤ ਸੀ, ਤੁਸੀਂ ਜਸਟ ਲੈਸਨ ਰੀਡ ਕਰਨਾ ਸੀ। ਕੱਲ੍ਹ ਲਈ ਅਸੀਂ ਕੀ ਕਰਾਂਗੇ ਜੀ, ਕੱਲ੍ਹ ਅਸੀਂ PDF ਦੇ ਥਰੂ ਇਹ ਲੈਸਨ ਨੂੰ ਵਾਚ ਕਰਾਂਗੇ। ਬੈਕ ਐਕਸਰਸਾਈਜ਼ ਨੂੰ ਅਸੀਂ ਐਜ਼ ਆ PDF ਦੇ ਰੂਪ ਵਿੱਚ ਦੇਖਾਂਗੇ। ਓਕੇ ਸਟੂਡੈਂਟ, ਥੈਂਕ ਯੂ, ਹੈਵ ਅ ਨਾਈਸ ਡੇ, ਸਟੇ ਹੋਮ, ਸੇਫ ਲਾਈਫ।